ਬਈ ਆਹ ਦੇਖਿਓ ਮਾੜੀਆਂ ਜਿਹੀਆਂ ਤਿਆਰੀਆਂ, ਕੇਸਰੀ ਝੰਡੇ ਲੱਗੇ ਆ ਤੇ ਕਿਸਾਨ ਯੂਨੀਅਨ ਦੇ ਤੇ ਪਿੰਡ ਦੌਦਰ। ਮੰਨ ਕੇ ਚੱਲੋ ਵੀ ਤਿਆਰੀਆਂ ਇੰਨੀਆਂ ਚੱਲੀ ਜਾਂਦੀਆਂ ਵੀ ਇੰਨੀਆਂ ਤਿਆਰੀਆਂ ਤਾਂ ਕਦੇ ਅਮਰੀਕਾ ਨੇ ਨਹੀਂ ਕੀਤੀਆਂ ਹੋਣੀਆਂ ਜਿੰਨੀਆਂ ਤਿਆਰੀਆਂ ਸਾਡੇ ਪਿੰਡ ਵਾਲੇ ਕਿਸਾਨ ਕੀਤੀਆਂ ਕਿਸਾਨਾਂ ਨੇ ਕੀਤੀਆਂ। ਤੇ ਅੱਧਿਓਂ ਬੜਾ ਇਕੱਠ ਦਿੱਲੀ 'ਚ ਆ ਤੇ ਹਜੇ ਪਿੰਡ ਦਾ ਹੀ ਆ ਇਹ। ਸਾਨੂੰ ਵੀ ਇੱਕ ਮੋਟਾ ਜਿਹਾ ਅੰਦਾਜ਼ਾ ਲਵਾਉਣਾ ਵੀ ਪੰਜਾਬ ਦੇ ਵਿੱਚ 12,800 ਕਹਿੰਦੇ ਕੁਛ ਪਿੰਡ ਨੇ ਤੇ ਇਹ ਜਿੰਨੇ ਵੀ ਟਰੈਕਟਰ ਤੁਸੀਂ ਦੇਖੋਗੇ ਨਾ ਇਹ ਇੱਕੋ ਪਿੰਡ ਦੇ ਨੇ। ਮੋਗੇ ਜ਼ਿਲ੍ਹੇ ਦਾ ਪਿੰਡ ਦੌਦਰ, ਉਸ ਪਿੰਡ ਦੇ ਟਰੈਕਟਰ ਨੇ ਸਾਰੇ। ਵੀ ਲਾ ਲਓ ਹਿਸਾਬ ਵੀ ਤੁਸੀਂ ਵੀ ਕਦੇ ਲੈਣ ਮੁੱਕਣ 'ਚ ਨਹੀਂ ਸੀ ਆਉਂਦੀ, ਫਿਰ ਵੀ ਵੀਡੀਓ ਕੱਟ ਕੇ ਮੈਂ ਛੋਟੀ ਕੀਤੀ ਆ। ਮਤਲਬ ਇੰਨਾ ਲੰਮਾ ਸੀਗਾ ਜਾਮ ਲੱਗਿਆ ਹੋਇਆ ਪਿੰਡ, ਇੱਕੋ ਪਿੰਡ ਦੇ ਤੇ ਸਾਰੇ ਟਰੈਕਟਰ ਵੀ ਇੰਨਾ ਸੀ ਨਾ। ਜਿਹੜੇ ਬੰਦੇ ਕਦੇ ਟਰੈਕਟਰ ਨੂੰ ਖੇਤ ਤੱਕ ਹੀ ਲਿਜਾ ਕੇ ਸੀਮਤ ਹੁੰਦੇ ਸੀ ਉਹ ਵੀ ਪ੍ਰਦਰਸ਼ਨ 'ਚ ਆਉਣ ਲੱਗੇ। ਹੁਣ ਕਹੋਗੇ ਵੀ ਇਹ ਚੱਲੇ ਕਿੱਧਰ ਨੂੰ ਆ, ਵੀ ਇਹ ਚੱਲੇ ਆ ਪਿੰਡ ਦੌਦਰ ਤੋਂ ਲੈ ਕੇ ਕੋਕਰੀ ਕਾਕਰੀ ਵਿੱਚ ਦੀ ਵੱਡੇ ਕਹ ਲਓ ਕਿ ਮੋਗੇ ਜ਼ਿਲ੍ਹੇ ਦੇ ਵਿੱਚ ਦੀ ਜਾ ਕੇ ਡਗਰੂ ਜਾਣਾ ਇਹਨਾਂ ਨੇ। ਮਤਲਬ ਡਗਰੂ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਵੀ ਉੱਥੇ ਘੇਰੇ ਹੋਏ ਆ ਜਿਹੜੇ ਚੱਲਦੇ ਆ ਪ੍ਰਦਰਸ਼ਨ, ਵੀ ਉੱਥੇ ਜਾ ਕੇ ਸਮਾਪਤੀ ਕਰਨੀ ਆ। ਵੀ ਲਾ ਲਓ ਸਾਹਿਬ ਵੀ ਬਹੁਤ ਲੰਮਾ ਇਕੱਠ ਤੇ ਰਿਹਰਸਲ ਆ ਇਹ। ਮਤਲਬ ਰਿਹਰਸਲਾਂ ਹੀ ਚੱਲੀ ਜਾਂਦੀਆਂ ਹਜੇ, ਤਕਰੀਬਨ ਰਿਹਰਸਲਾਂ ਚੱਲਦੀਆਂ ਨੂੰ ਹੋ ਗਏ ਹੋਣੇ ਆ ਵਾਹਵਾ ਦਿਨ ਤੇ 26 ਨੂੰ ਉੱਥੇ ਜਾਣਾ। ਤੇ ਇਸੇ ਚੱਕਰ ਦੇ ਵਿੱਚ ਧੁੰਦ ਵੀ ਬਹੁਤ ਸੀ। ਤਕਰੀਬਨ ਇਹ ਟਾਈਮ ਇਸ ਵਕਤ ਹੈਗਾ ਸੀਗਾ 7:30 8 ਦਾ ਸਵੇਰ ਦਾ। ਤੇ ਫਿਰ ਵੀ ਕਹ ਲਓ ਕਿ ਕੋਈ ਜੋਸ਼ ਦੀ ਕਮੀ ਨਹੀਂ ਸੀ, ਕੋਈ ਬਜ਼ੁਰਗ ਕੋਈ ਨੌਜਵਾਨ ਕੋਈ ਘਰੇ ਰਿਹਾ ਹੀ ਨਹੀਂ। ਸਾਰੇ ਹੀ ਕੋਈ ਟਰੈਕਟਰਾਂ ਦੇ ਇੱਕ ਕੋਈ ਦੋ, ਕਿਸੇ ਕੋਲ ਜੋ ਵੀ ਸੰਦ ਜੁੜਿਆ, ਕੋਈ ਕਾਰ ਲੈ ਕੇ ਆ ਗਿਆ ਤੇ ਕੋਈ ਜੀਪ ਲੈ ਕੇ ਆ ਗਿਆ। ਮੋਸਟਲੀ ਜ਼ਿਆਦਾ ਟਰੈਕਟਰ ਹੀ ਸੀ। ਤੇ ਆ ਤੁਹਾਡੇ ਸਾਹਮਣੇ ਫੋੜ ਜਾਂਦੇ ਆ ਤੁਰੇ ਸ਼ੂਕਦੇ ਹਨਾ। ਮਤਲਬ ਇਸ ਕਿਸਮ ਦਾ ਯਾਰ ਕਿਸੇ ਕਿਸਮ ਦਾ ਕੋਈ ਜਨੂਨ ਦੀ ਕਮੀ ਹੋਈ ਨਹੀਂ। ਤੇ ਕਿਹਾ ਜਾਂਦਾ ਵੀ ਕਦੇ ਇਤਿਹਾਸ ਆਪਦੇ ਉਹਨੂੰ ਦੁਹਰਾਉਂਦਾ। ਬਹੁਤੇ ਲੋਕ ਕਹਿੰਦੇ ਹੁੰਦੇ ਸੀ ਵੀ ਪੰਜਾਬ 'ਚ ਹੁਣ ਉਹ ਗੱਲ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ, ਜਿਹੜੀ ਉਹ ਬਘੇਲ ਸਿੰਘ ਵੇਲੇ ਹੁੰਦੀ ਸੀ, ਬਾਬੇ ਜੀ ਬਘੇਲ ਸਿੰਘ ਵੇਲੇ ਹੁੰਦੀ ਸੀ, ਹਰੀ ਸਿੰਘ ਨਲੂਏ ਵੇਲੇ ਹੁੰਦੀ ਸੀ। ਬਈ ਗੱਲ ਇਉਂ ਆ, ਉਹ ਗੱਲਾਂ ਕਿਤੇ ਗਈਆਂ ਹੀ ਨਹੀਂ। ਕੁਦਰਤ ਬਹੁਤ ਵੱਡੀ ਬਲਵਾਨ ਹੁੰਦੀ ਆ। ਖੈਰ ਪਾਣੀ ਤਾਂ ਉਹੀ ਆ, ਉਹੀ ਬੰਦੇ ਆ, ਉਹਨਾਂ ਦੇ ਖੂਨ ਨੇ, ਉਹਨਾਂ ਦੀਆਂ ਅੰਸ਼ਾਂ ਨੇ, ਤਾਂ ਉਹੀ ਜਜ਼ਬੇ ਫਿਰ ਦੁਬਾਰੇ ਫੁੱਟ ਆਏ। ਮੈਂ ਕਹਿੰਦਾ ਵੀ ਇਤਿਹਾਸ ਦੇ ਵਿੱਚ ਇਦੋਂ ਵੱਡੀਆਂ ਲਹਿਰਾਂ ਨਹੀਂ ਬਣਨੀਆਂ। ਵੀ ਤਕਰੀਬਨ 400-500 ਟਰੈਕਟਰ ਲਾ ਸਕਦੇ ਹੋ ਤੁਸੀਂ, ਇੰਨਾ ਟਰੈਕਟਰ ਸੀ ਇੱਕ ਪਿੰਡ ਦਾ। ਤੇ ਹੁਣ ਗੁਣਾ ਤੁਸੀਂ ਆਪ ਕਰ ਲਿਓ ਵੀ 12,800 ਕੁਛ ਪਿੰਡ ਆ, ਵੀ ਇੰਨੇ ਨਾਲ ਕਿੰਨਾ ਟਰੈਕਟਰ ਉੱਥੇ ਪਹੁੰਚੂਗਾ। ਜਿਸ ਹਿਸਾਬ ਤੇ ਕਹਿੰਦੇ ਵੀ ਲਾਇਆ ਹਿਸਾਬ ਤਾਂ ਵੀ ਅੰਬਾਲੇ ਤੱਕ ਤਾਂ ਟ੍ਰੈਫਿਕ ਜਾਮ ਹੋ ਸਕਦਾ ਵਾ। ਕਿੱਥੇ ਦਿੱਲੀੋਂ ਅੰਬਾਲਾ ਜਾਂ ਉਰੇ ਹੀ ਆ ਜਾਓ ਤੁਸੀਂ ਭਾਵੇਂ, ਵੀ ਇੰਨਾ ਹੋਊਗਾ। ਤੇ ਲੋਕ ਤਿਆਰੀਆਂ ਹੁਣ ਤੋਂ ਹੀ, ਅੱਬਲ ਕਈ ਤਾਂ ਹੁਣੇ ਹੀ ਜਾਣ ਲੱਗ ਗਏ ਉੱਥੇ। ਵੀ ਦਿੱਲੀ ਫਿਰ ਹੋ ਸਕਦਾ ਬਾਅਦ 'ਚ ਜਾਣ ਦੇਣ ਜਾਂ ਨਾ ਦੇਣ, ਵੀ ਹੁਣੇ ਹੀ ਤਿਆਰੀਆਂ ਖਿੱਚਦੀਆਂ, ਹੁਣੇ ਹੀ ਜਾਣਾ ਸ਼ੁਰੂ ਹੋਵੇ। ਮਤਲਬ ਯਾਰ ਗੱਲੇ ਉਹ ਵਕਦੇ ਵੀ ਵਜੂਦ ਦੀ ਗੱਲ ਆ ਸਾਰੀ। ਜਿਹੜਾ ਜਦੋਂ ਤੁਹਾਡੀ ਜ਼ਮੀਨ ਇਹ ਵੱਡੀ ਚੀਜ਼ ਆ। ਕਿਉਂਕਿ ਸਾਨੂੰ ਅੱਜ ਅਸੀਂ ਇੰਟਰਵਿਊ ਕਰਨ ਗਏ ਸੀ ਕਿਤੇ, ਵੀ ਉੱਥੇ ਦੇਖਿਆ ਵੀ ਉਹ ਕਹਿੰਦਾ ਯਾਰ ਮੇਰੇ ਕੋਲ ਜ਼ਮੀਨ ਨਹੀਂ, ਪਰ ਕਹਿੰਦਾ ਮੈਨੂੰ ਦੁੱਖ ਹੁੰਦਾ ਵੀ ਮੇਰੇ ਕੋਲ ਜ਼ਮੀਨ ਹੋਣੀ ਚਾਹੀਦੀ ਸੀ। ਉਹ ਕਹਿੰਦਾ ਇਮੋਸ਼ਨਲੀ ਬਹੁਤ ਉਦਾਸ ਸੀ। ਪਰ ਜਦੋਂ ਮੰਨ ਲਓ ਹਿਸਾਬ ਵੀ ਤੁਹਾਡੇ ਕੋਲ ਇਹ ਵੱਡੀ ਖੁਸ਼ੀ ਨਾ ਰਹੀ ਤਾਂ ਫਿਰ ਕਰਾਂਗੇ ਕੀ। ਇਹ ਸਾਰੀਆਂ ਵਜੂਦ ਦੀਆਂ ਗੱਲਾਂ ਨੇ। ਤੇ ਇਸੇ ਕਰਕੇ ਹੀ ਹਰ ਬੰਦਾ ਮੈਦਾਨ ਦੇ ਵਿੱਚ ਉਤਰਿਆ ਹੋਇਆ ਵਾ। ਅੱਗੇ ਹੁੰਦੀਆਂ ਸੀ ਜੰਗਾਂ ਹਥਿਆਰਾਂ ਦੇ ਨਾਲ, ਹੁਣ ਪਾਲਿਸੀਆਂ ਦੇ ਨਾਲ ਆ, ਨੀਤੀਆਂ ਦੇ ਨਾਲ ਆ। ਤੇ ਹੁਣ ਨੀਤੀ ਨੂੰ ਆਪਣਿਆਂ ਕਿਸਾਨਾਂ ਨੇ ਸਮਝ ਲਿਆ ਵੀ ਕਿਵੇਂ ਸਰਕਾਰਾਂ ਸਾਨੂੰ ਤੰਗ ਕਰਦੀਆਂ ਵਾ, ਕੀ ਉਹ ਹੱਥਕੰਡੇ ਅਪਣਾਉਂਦੀਆਂ। ਸਾਰਿਆਂ ਹੱਥਕੰਡਿਆਂ ਨੂੰ ਫੇਲ ਕਰਤਾ। ਮਤਲਬ ਕਿ ਇੰਨੀ ਸੂਝ-ਬੂਝ ਆ ਗਈ। ਤੇ ਜਿਹੜੀਆਂ ਹੁਣ ਕਹਿ ਲਓ ਕਿ ਆਪਾਂ ਅੱਗੇ ਸੁਣਦੇ ਹੁੰਦੇ ਸੀ ਫਲਾਨੇ ਵੇਲੇ ਭਾਈ ਇੰਨਾ ਇਕੱਠ ਸੀ, ਇੰਨਾ ਇਕੱਠ ਸੀ। ਤਕਰੀਬਨ ਜਿਹੜਾ ਹੁਣ ਇਕੱਠ ਲੋਕਾਂ ਨੇ ਦੇਖ ਲਿਆ, ਨਵੀਂ ਪੀੜ੍ਹੀ ਨੇ ਦੇਖ ਲਿਆ, ਤਕਰੀਬਨ ਇਹ 3-4 ਪੀੜ੍ਹੀਆਂ ਤੱਕ ਇਹਨੂੰ ਯਾਦ ਕੀਤਾ ਜਾਊਗਾ ਵੀ ਇੰਨਾ ਇਕੱਠ ਫਲਾਨੇ ਵੇਲੇ ਹੋਇਆ ਸੀ। ਤੇ ਵੱਡੀ ਗੱਲ ਇਹ ਵੀ ਹੋਊਗੀ, ਜਿਵੇਂ ਹੁਣ ਇਸ ਉਮਰ ਤੇ ਜਿਹੜੇ ਬੰਦੇ 12-13 ਸਾਲ ਦੇ ਆ ਮੁੰਡੇ, ਉਹ ਗਾਂ ਦੱਸਿਆ ਕਰਨਗੇ ਵੀ ਸਾਡੇ ਵੇਲੇ ਇੰਨਾ ਇਕੱਠ ਹੋਇਆ ਸੀ, ਉਸ ਵੇਲੇ ਮੈਂ ਵੀ ਮੋਰਚੇ 'ਚ ਸੀ। ਤੇ ਜਿਹੜਾ ਨਾ ਗਿਆ ਹੋਇਆ ਉਹ ਮੋਰਚੇ ਦੇ ਵਿੱਚ, ਉਹ ਕਹਿਣਗੇ ਤੁਸੀਂ ਨਹੀਂ ਗਏ, ਤਾਂ ਫਿਰ ਜਵਾਬ ਦੇਣਾ ਔਖਾ ਹੋ ਜੂ ਆਉਣ ਵਾਲੀਆਂ ਪੀੜ੍ਹੀਆਂ ਨੂੰ। ਇਸ ਕਰਕੇ ਹਰ ਬੰਦਾ ਇਹਨਾਂ ਚੀਜ਼ਾਂ ਦੇ ਵਿੱਚ, ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਪਹੁੰਚੋ। ਆਹ ਦੇਖੋ ਜਿਹਦਾ ਵਸ ਚਲਿਆ ਸਾਈਕਲ ਵੀ ਬਾਈ ਲੈ ਕੇ ਲੰਘਿਆ ਹੈ ਨਾ, ਮਤਲਬ ਸਜਾ ਸਜੂ ਕੇ ਪੂਰਾ ਜਿੰਨੇ ਵੀ ਹੈਗਾ ਸੀਗਾ। ਤੇ ਕੋਈ ਤੇ ਇੱਕ ਮੈਂ ਹੋਰ ਤੁਹਾਨੂੰ ਵੱਡੀ ਸਿਫਤ ਦੇਖੀ ਆ ਵੀ ਜਿੰਨੇ ਵੀ ਆ ਪਿੰਡ ਦੇ ਸਾਡੇ ਦੇ ਟਰੈਕਟਰ ਸੀ,
ਕੋਈ ਉੱਤੇ ਚੜ੍ਹ ਕੇ ਨਹੀਂ ਸੀ ਬਾਹਲਾ ਬੈਠਿਆ ਵੀ ਐਵੇਂ ਕਹ ਲਓ ਗਲਤ ਥਾਵਾਂ ਆਈਆਂ ਤੇ ਬਹਿ ਜਾਂਦੇ ਆ ਵੀ ਡਿੱਗਣ ਦਾ ਖਤਰਾ, ਉਹੋ ਜਿਹਾ ਕੋਈ ਨਹੀਂ ਸੀ। ਸੀਟਾਂ ਤੇ ਹੀ ਬੈਠੇ ਸੀ, ਮਗਰਾੜਾਂ ਤੇ ਹੀ ਬੈਠੇ ਸੀ। ਤੇ ਕਈ ਹੁੰਦੇ ਜਿਵੇਂ ਵੱਡੇ ਵੱਡੇ ਡਿੱਕਾਂ ਦੇ ਉੱਤੇ ਚੜ੍ਹ ਕੇ ਬੈਠ ਜਾ, ਉਹੋ ਜਿਹਾ ਜਮਾ ਹੀ ਨਹੀਂ ਸੀ। ਅਨੁਸ਼ਾਸਨ ਬਹੁਤ ਜ਼ਿਆਦਾ ਦਿਖਾਇਆ। ਇਹ ਵੱਡੀ ਪ੍ਰਾਪਤੀ ਆ ਕਹਿ ਲਓ ਕਿ, ਕਿਉਂਕਿ ਤੁਹਾਨੂੰ ਪਤਾ ਹੁੱਲੜਬਾਜੀ ਦੇ ਵਿੱਚ ਕੀ ਹੈ, ਕੋਈ ਗਲਤ ਹੋ ਜੇ ਤਾਂ ਬੰਦਾ ਮੋੜਨਾ ਬਹੁਤ ਔਖਾ ਹੋ ਜਾਂਦਾ। ਪਰ ਇੱਥੇ ਜਮਾ ਹੀ ਦੇਖਣ ਨੂੰ ਨਹੀਂ ਮਿਲਿਆ। ਕਿਸੇ ਟਰੈਕਟਰ ਤੇ 2 4 5 ਬੈਠੇ ਸੀ। ਮਤਲਬ ਇਹ ਨਹੀਂਗਾ ਵੀ ਬਾਹਲਾ ਗਲਤ ਫਲਤ ਤਰੀਕੇ ਨਾਲ ਬੈਠੇ ਆ ਜਾਂ ਐਵੇਂ ਹਾਥ ਹੂਤ ਕਰਦੇ ਫਿਰਦੇ ਆ ਬੇਮਤਲਬ ਲਲਕਾਰੇ ਛੱਡੀ, ਉਹੋ ਜੀ ਜਮਾਂ ਹੀ ਗੱਲ ਨਹੀਂ ਸੀ। ਨਾਰਾ ਸੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਯੂਨੀਅਨ ਜ਼ਿੰਦਾਬਾਦ। ਇਹ ਜੇ ਨਾਰਿਆਂ ਦੇ ਨਾਲ ਹੀ ਕਿਸਾਨ ਤੁਰੇ ਗਏ, ਕਾਫਲੇ ਬਣਦੇ ਗਏ। ਆ ਦੇਖੋ ਤੁਹਾਡੇ ਸਾਹਮਣੇ ਵੱਡੇ ਵੱਡੇ ਟਰੈਕਟਰ ਬੁੱਕਦੇ ਫਿਰਦੇ ਸੀਗੇ। ਨੋਵਾ ਆ ਜਾਂਦਾ ਮਹਿੰਦਰਾ ਵਾਲਿਆਂ ਦਾ, ਮਤਲਬ ਕਿਤੇ ਫੋਰਡ, ਕਿਤੇ ਕੋਈ ਫਾਰਮ ਟਰੈਕ, ਜਿਹਦੇ ਕੋਲ ਜਿਹੜਾ ਵੀ ਸਾਧਨ ਸੀਗਾ ਹੈ ਨਾ, ਜੇ ਕੋਈ ਬੰਦੇ ਵੱਧ ਗਏ ਤਾਂ ਮਗਰਾ ਘੜਿੰਗਾ ਜਾ ਪਾ ਲਿਆ ਤੇ ਆਈ ਮਤਲਬ ਸਫ਼ਰ ਨੂੰ ਤੈਅ ਕਰਦੇ ਗਏ। ਇਹ ਦੌਦਰ ਦੇ ਵਿੱਚੋਂ ਨਿਕਲਣ ਦੀ ਐਂਟਰੀ ਆ, ਜਗਦੀਪ ਹੁਣੀ ਜਾਂਦੇ ਆ ਤੇ ਮਤਲਬ ਪਿੰਡ ਚੋਂ ਨਿਕਲਣ ਦੀ ਐਂਟਰੀ ਆ। ਹੁਣ ਢੁੱਡੀ ਕਾਣੇ ਦੇ ਰਾਹ ਨੂੰ ਪਏ ਹੋਏ ਆ ਇਹ, ਤੇ ਮਤਲਬ ਇੱਥੋਂ ਸਾਰੇ ਤੇ ਹਜੇ ਲਾਈਨ ਖਤਮ ਨਹੀਂ ਹੋਈ, ਹਜੇ ਵਾਹਵਾ ਚੱਲੀ ਜਾਣੀ ਆ ਇਹ। ਮਤਲਬ ਵੀ ਜਿਹੜੇ ਹੁਣ ਅਜੇ ਅੰਗੀ ਸਾਥੀ ਉਹਨਾਂ ਦੇ ਥੱਲੇ ਖੜੇ ਨੇ ਵੀ ਲੱਭਦੇ ਨੇ ਵੀ ਕਿਹੜਾ ਬੰਦਾ ਆਪਣਾ ਹਾਣ ਪ੍ਰਵਾਨ ਦਾ ਹੋਇਆ ਤਾਂ ਫਿਰ ਉਹਦੇ ਨਾਲ ਬਹਿ ਜਾਾਂਗੇ। ਕਈ ਇਸੇ ਝਾਕ ਦੇ ਵਿੱਚ ਆ ਮੋੜ ਤੇ ਖੜੇ ਨੇ ਹੈ ਨਾ ਬਾਈ ਹੋਣੀ ਸਾਡੇ ਪਿੰਡ ਦੇ, ਵੀ ਕਿਤੇ ਕਿ ਆਪਦਾ ਹਾਣ ਪ੍ਰਵਾਨ ਵੀ ਦੇਖਣਾ ਹੁੰਦਾ ਹੈ ਨਾ, ਵੀ ਫਿਰ ਗੱਲਾਂ ਕਰਨੀਆਂ ਹੁੰਦੀਆਂ ਭਾਈ ਫਲਾਨੇ ਵੇਲੇ ਮੋਰਚੇ ਤੇ ਆਪਾਂ ਉਦੋਂ ਆਏ ਹੋਇਆ ਸੀ ਤੇ ਇਹ ਤਾਂ ਉਹਦੇ ਨਾਲ ਵੀ ਵੱਡਾ। ਤੇ ਆ ਹਿੰਦੁਸਤਾਨ ਟਰੈਕਟਰ ਆਉਂਦਾ ਤੇ ਇਹਦੀ ਵੀਡੀਓ ਆਪਣੇ ਚੈਨਲ ਤੇ ਹਰਭੇਜ ਸਿੱਧੂ ਚੈਨਲ ਤੇ ਪਾਈ ਹੋਈ ਆ, ਤੁਹਾਨੂੰ ਪਤਾ ਹੀ ਆ ਹੈ ਨਾ, ਬਹੁਤ ਵਾਇਰਲ ਹੋਈ ਸੀ। ਹਿੰਦੁਸਤਾਨ ਵੀ ਕਹਿ ਲਓ ਕਿ 50 ਸਾਲ ਪੁਰਾਣਾ ਟਰੈਕਟਰ ਵੀ ਵਿੱਚ ਹੀ ਆ, ਜਿੱਥੇ ਨਵੇਂ 4x4 ਤੁਰੇ ਫਿਰਦੇ ਤੇ ਵਿੱਚ ਹਿੰਦੁਸਤਾਨ ਵੀ ਆਪਦੀ ਗਰਦ ਪੱਟੀ ਜਾਂਦਾ ਸੀ, ਆਪਦਾ ਰੋਹ ਵੱਖਰਾ ਹੀ ਸੀ। 855 ਸਵਰਾਜ ਤੁਰੇ ਫਿਰਦੇ ਆ, ਘੈਂਟ ਗੱਲਬਾਤ ਸੀ ਹੈ ਨਾ। ਤੇ ਆ ਨਿਊ ਹਾਲੈਂਡ ਹੋ ਗਿਆ, ਆ ਕਹਿ ਲਓ ਕਿ ਆ ਮਹਿੰਦਰਾ ਵਾਲਿਆਂ ਦਾ ਹੋ ਗਿਆ, ਕਿਹੜਾ ਵੀ ਇਹ, ਹਾਂ ਮਹਿੰਦਰਾ ਵਾਲਿਆਂ ਦਾ ਫਾਰਮ ਟਰੈਕ, ਸਟੈਂਡਰਡ ਕਿ ਸਾਰੇ ਕਿਸਮਾਂ ਦੇ ਟਰੈਕਟਰ ਸੀਗੇ, ਭਾਂਤ ਭਾਂਤ ਦੀ ਵੈਰਾਈਟੀ ਸੀ। ਤੇ ਗਾਣੇ ਵੀ ਜੋਸ਼ੋ ਖਰੋਸ਼ ਵਾਲੀ ਚੱਲਦੇ ਸੀਗੇ। ਦਿੱਲੀਏ ਤੈਨੂੰ ਭੁਗਤਣੇ ਪੈਣਗੇ ਨਤੀਜੇ, ਮਤਲਬ ਕਰੜਾ ਹੀ ਸੀ ਕੰਮ ਯਾਰ, ਕਿਸੇ ਕਿਸਮ ਦੀ ਅਨੁਸ਼ਾਸਨਹੀਣਤਾ ਜਮਾ ਹੀ ਨਹੀਂ ਸੀ। ਇਹ ਵੱਡੀ ਪ੍ਰਾਪਤੀ ਸੀ ਤੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਸਾਰਾ ਕੁਝ ਚੱਲਿਆ, ਠੀਕ ਆ ਨਾ। ਆ ਤੁਹਾਡੇ ਸਾਹਮਣੇ ਝਲਕਾਂ ਤੁਰੀਆਂ ਆਉਂਦੀਆਂ, ਸਾਰੇ ਢੁੱਡੀ ਕਾਣੇ ਦੇ ਰਾਹ ਨੂੰ ਪਈ ਜਾਂਦੇ ਆ। ਤੇ ਇਹ ਨਹੀਂ ਗੱਲਬਾਤ ਵੀ ਕਹਿੰਦੇ ਦਿੱਲੀ ਲਾ ਲਓ ਹਿਸਾਬ ਵੀ ਇੰਨੇ ਟਰੈਕਟਰ ਦਿੱਲੀ ਇੱਕ ਪਿੰਡ ਚੋਂ ਗਏ। ਵੱਡੀ ਗੱਲ ਤਾਂ ਇਹ ਆਉਂਦੀ ਆ ਵੀ ਇੰਨੇ ਇੱਕ ਪਿੰਡ ਚੋਂ ਗਏ ਤੇ ਬਣੂਗਾ ਕੀ, ਉੱਥੇ ਲੋੜ ਪੈ ਜਾਣਾ ਉਹਨਾਂ ਦਾ, ਪੂਰਾ ਧਰਨਾ ਪੈ ਜਾਣੀਆਂ ਗਾਂ ਵਾਲਿਆਂ ਦੇ। ਮਤਲਬ ਇਸ ਹਿਸਾਬ ਕਿਤਾਬ ਦਾ ਇਹ ਪਿੰਡ ਦੌਦਰ ਦਾ ਇਕੱਠ। ਪਿੰਡ ਦੌਦਰ ਵੀ ਉਹ ਪਿੰਡ ਆ ਵੀ 2 ਪਿੰਡ ਮੰਨ ਲਓ ਵੀ ਦੌਦਰ ਗਰਬੀ ਤੇ ਦੌਦਰ ਸ਼ਰਕੀ, ਠੀਕ ਆ ਨਾ। ਮੋਗੇ ਜ਼ਿਲ੍ਹੇ ਦਾ ਕਹਿ ਲਓ ਕਿ ਸਭ ਤੋਂ ਵੱਡਿਆਂ ਪਿੰਡਾਂ ਦੇ ਵਿੱਚੋਂ ਆਉਂਦਾ ਵਾ ਇਹ ਪਿੰਡ। ਤੇ ਇੱਥੋਂ ਦੇ ਕਹਿ ਲਓ ਕਿ ਹਜੇ ਬਹੁਤ ਸਾਰੇ ਧਰਨੇ ਤੇ ਬੈਠੇ ਆ। ਇੱਥੋਂ ਦੇ NRIਆਂ ਦੀ ਬਹੁਤ ਸਪੋਰਟ ਆ ਬਈ। ਮੇਨ ਗੱਲ ਤਾਂ ਇਹ ਆ ਵੀ ਲੰਗਰ ਕਹਿ ਲਓ ਕਿ ਅਥੋਰਟੀ ਵਰਤਦਾ, ਜਿੱਥੇ ਵਰਤਦਾ ਪ੍ਰੀਤ ਵਾਲੇ ਦਾ ਟਰੈਕਟਰ ਆਉਂਦਾ, ਮਤਲਬ ਕਿਸੇ ਕਿਸਮ ਦੀ ਕਮੀ ਨਹੀਂ। ਹਰ ਪਿੰਡ 'ਚ ਹੀ ਇਹ ਹਾਲ ਆ। ਇਹਨੂੰ ਤੁਸੀਂ ਇੱਕ ਠੀਕ ਆ ਕਿ ਦੌਦਰ ਦਾ ਆਪਾਂ ਲੋਗੋ ਲਾ ਕੇ ਦੇਖ ਸਕਦੇ, ਇੱਥੇ ਭਾਵੇਂ ਕਿਸੇ ਹੋਰ ਪਿੰਡ ਦਾ ਨਾਮ ਹੀ ਲੈ ਦਿਓ ਤਾਂ ਉਹ ਵੀ ਕੋਈ ਅੱਤ ਕਥ ਨਹੀਂ, ਕਿਉਂਕਿ ਸਾਰਿਆਂ ਪਿੰਡਾਂ ਦੇ ਵਿੱਚ ਹੀ ਇਹ ਹਾਲ ਆ। ਕਿਉਂਕਿ ਅਲੱਗ-ਅਲੱਗ ਯੂਨੀਅਨ ਦੇ ਅਧੀਨ ਕੰਮ ਕਰ ਰਹੇ ਆ ਨਾ। ਸਾਡੇ ਪਿੰਡ ਜ਼ਿਆਦਾ ਉਗਰਾਹਾ ਵਾਲੇ ਆ, ਸਾਰੇ ਉਗਰਾਹਾ ਦੇ ਹੀ ਆ ਮੋਸਟਲੀ। ਤੇ ਹੋਰਨਾਂ ਪਿੰਡਾਂ 'ਚ ਕੋਈ ਕਿਰਤੀ ਕਿਸਾਨ ਯੂਨੀਅਨ, ਕੋਈ ਲਾਲ ਝੰਡਾ, ਕੋਈ ਹੋਰ ਝੰਡੇ ਵਾਲੇ ਹੈ ਨਾ, ਸਾਰੇ ਹੀ ਇਸ ਕਿਸਮ ਦੇ ਨਾਲ ਜੰਗੇ ਮੈਦਾਨ 'ਚ ਉਤਰੇ ਹੋਏ ਆ ਤੇ ਜਿੱਤਣਗੇ ਵੀ ਜ਼ਰੂਰ, ਕਿਉਂਕਿ ਜੰਗਾਂ ਹੌਸਲੇ ਦੇ ਨਾਲ ਵੀ ਜਿੱਤੀਆਂ ਜਾਂਦੀਆਂ ਹੁੰਦੀਆਂ, ਠੀਕ ਹੈ। ਤੇ ਹੌਸਲੇ ਦੀ ਤੁਹਾਨੂੰ ਪਤਾ ਹੀ ਹੈ ਵੀ ਕਮੀ ਕੋਈ ਨਹੀਂ ਗਈ ਹੈ ਨਾ, ਜੁਝਾਰੂਪਣ ਆਇਆ ਹੋਇਆ ਵਾ। ਇਹ ਤਾਂ ਕਹਿੰਦੇ ਵੀ ਭਾਵੇਂ 2 ਸਾਲ ਚੱਲੇ 3 ਸਾਲ ਚੱਲੇ, ਜਿੰਨਾ ਵੀ ਚੱਲੀ ਜਾਣ ਦਿਓ। ਪਰ ਕਿਉਂਕਿ ਇਹਦੇ ਨਾਲ ਸਿੱਖਣ ਨੂੰ ਬਹੁਤ ਮਿਲ ਰਿਹਾ। ਇਹਦੇ ਨਾਲ ਹੋਰ ਗੱਲਾਂ ਨਹੀਂ ਗੱਲਾਂ, ਪਿੰਡਾਂ ਦੇ ਵਿੱਚ ਨਵੇਂ ਬੁਲਾਰੇ ਬਹੁਤ ਪੈਦਾ ਹੋ ਰਹੇ ਆ। ਫੋੜ ਸਾਡਾ ਬਾਈ ਜਾਂਦਾ ਕਬੱਡੀ ਵਾਲਾ, ਮਤਲਬ ਇਹਦੇ ਨਾਲ ਨਵੇਂ ਬੁਲਾਰੇ ਬਹੁਤ ਪੈਦਾ ਹੋ ਰਹੇ ਆ, ਨਵੀਂ ਸੋਚ ਪੈਦਾ ਹੋ ਰਹੀ ਆ, ਨਵੀਂ ਖੋਜ ਕਰਨ ਦੀ ਨੀਤੀ ਪੈਦਾ ਹੋ ਰਹੀ ਆ ਵੀ ਫਲਾਨੇ ਵੇਲੇ ਫਲਾਨੇ ਸਨ 'ਚ ਕੀ ਹੋਇਆ ਸੀ, ਫਲਾਨੇ ਪ੍ਰਧਾਨ ਮੰਤਰੀ ਵੇਲੇ ਕੀ ਹੋਇਆ ਸੀ। ਉਹ ਪੁਰਾਣੇ ਅੰਕੜੇ ਕੱਢੇ ਜਾ ਰਹੇ ਆ ਵੀ ਕਿਹਨੂੰ ਵੱਧ ਦੋਸ਼ੀ ਸਮਝਿਆ ਜਾਵੇ, ਕਿਹਨੂੰ ਘੱਟ ਦੋਸ਼ੀ ਸਮਝਿਆ ਜਾਵੇ, ਤੇ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ। ਇਸ ਕਿਸਮ ਦੀਆਂ ਬੌਧਿਕ ਵਿਚਾਰਾਂ ਹੋ ਰਹੀਆਂ ਨੇ। ਆਹ ਦੇਖੋ, ਲੈ ਆਹ ਵੀ ਲੈ ਚੱਲੇ ਟਰੈਕਟਰ ਦੇ ਉੱਤੇ ਫਿੱਟ ਸੀ ਜਗਾੜ ਜਿਹਾ, ਇਹ ਵੀ ਨਾਲ ਹੀ ਲੈ ਚੱਲੇ ਵੀ ਕਹਿੰਦੇ ਖੋਲਦੇ ਕਿੱਧਰ ਫਿਰਾਂਗੇ, ਵੀ ਬਣਿਆ ਤਣਿਆ ਉਵੇਂ ਹੀ ਇਕੱਲੇ ਸ਼ੇਰ ਨੇ ਦੱਬ ਤੱਟ ਹੈ ਨਾ ਕੰਮ। ਮਤਲਬ ਇਸ ਕਿਸਮ ਦੀਆਂ ਚੰਗੀਆਂ ਵਿਚਾਰਾਂ ਹੋ ਰਹੀਆਂ ਨੇ, ਕਿਉਂਕਿ ਚੰਗੀਆਂ ਵਿਚਾਰਾਂ ਦੇ ਨਾਲ ਜਿਵੇਂ ਨਾ ਆਪਾਂ ਨੈਸ਼ਨਲ ਚੈਨਲਾਂ 'ਤੇ ਡਿਬੇਟਾਂ ਚੱਲ ਰਹੀਆਂ, ਉਹਨਾਂ ਤੋਂ ਕਈ ਗੁਣਾ ਵਧੀਆ ਗੱਲਾਂ ਬਾਤਾਂ
ਟਰਾਲੀਆਂ ਦੇ ਵਿੱਚ ਹੋ ਰਹੀਆਂ ਨੇ ਕਿਸਾਨਾਂ ਦੀਆਂ। ਉਹੋ ਜਿਹੀਆਂ ਗੱਲਾਂ ਬਾਤਾਂ ਤਾਂ ਪਾਰਲੀਮੈਂਟਾਂ 'ਚ ਨਹੀਂ ਹੁੰਦੀਆਂ ਜਿਹੇ ਜਿਹੀਆਂ ਇੱਕ ਟਰਾਲੀ ਦੇ ਵਿੱਚ ਗੱਲਾਂ ਹੁੰਦੀਆਂ ਨੇ। ਇਸੇ ਕਰਕੇ ਟਰਾਲੀ ਮੈਗਜ਼ੀਨ ਹੈ ਨਾ ਨਿਕਲਿਆ, ਟਰਾਲੀ ਅਖਬਾਰ ਨਿਕਲਿਆ, ਟਰਾਲੀ ਟਾਈਮਜ਼ ਅਖਬਾਰ। ਮਤਲਬ ਇਸ ਕਿਸਮ ਕੇ ਜੋ ਚੰਗੇ ਵਿਚਾਰ ਥੋਟਸ ਤੁਹਾਨੂੰ ਮਿਲਦੇ ਆ ਉਹਦੇ ਨਾਲ ਤੁਸੀਂ ਵਿਕਸਿਤ ਹੁੰਦੇ ਹੋ ਮਾਨਸਿਕ ਤੌਰ 'ਤੇ। ਉਹੀ ਸਾਰੀਆਂ ਗੱਲਾਂ ਬਾਤਾਂ ਸਾਨੂੰ ਦੇਖਣ ਨੂੰ ਮਿਲੀਆਂ। ਪੁਰਾਣੇ ਬਜ਼ੁਰਗਾਂ ਦੇ ਤਜਰਬੇ, ਜਿਹੜੇ ਕਹਿ ਲਓ ਕਿ ਨਵੇਂ ਮੁੰਡੇ ਪੁਰਾਣੇ ਬਜ਼ੁਰਗਾਂ ਕੋਲ ਬਹਿੰਦੇ ਨਹੀਂ ਸੀ, ਉਹ ਵੀ ਉਹਨਾਂ ਟਰਾਲੀ ਦੇ ਕੋਲ ਬਹਿ ਕੇ ਉਹਨਾਂ ਤੋਂ ਪੁਰਾਣੀਆਂ ਗੱਲਾਂ ਸੁਣਦੇ ਆ, ਸਮਝਦੇ ਆ। ਇਹਦੇ ਨਾਲ ਕਿ ਪੁਰਾਣੇ ਇਤਿਹਾਸ ਚੇਤੇ ਹੁੰਦੇ ਆ। ਇੱਕ ਚੰਗਾ ਇੱਕ ਸਬੱਬ ਵੀ ਬਣਿਆ। ਠੀਕ ਆ ਕਿ ਜੋ ਸਰਕਾਰਾਂ ਨੇ ਕੀਤਾ ਇਹ ਬਹੁਤ ਦੁਖਦਾਇਕ ਆ, ਪਰ ਇਹਦੇ ਨਾਲ ਅਗਰ ਆਪਾਂ ਚੰਗੀ ਚੀਜ਼ ਲੱਭਣ ਦੀ ਕੋਸ਼ਿਸ਼ ਕਰੀਏ, ਇੱਕ ਜਿਹੜਾ ਆਪਾਂ ਨਾ ਜਨਰੇਸ਼ਨ ਦਾ ਡਿਫਰੈਂਸ ਕਹਿ ਦਿੰਦੇ ਸੀਗੇ ਵੀ ਜਨਰੇਸ਼ਨ ਦਾ ਗੈਪ ਪੈ ਗਿਆ, ਉਹ ਕਹਿ ਲਓ ਕਿ ਭਰਿਆ ਗਿਆ। ਕਿਉਂਕਿ ਉਹ ਤਾਲਮੇਲ ਉਮਰਾਂ ਦੇ ਵਿੱਚ ਤਾਲਮੇਲ ਪੈ ਗਿਆ ਸੀ ਨਾ, ਇੱਕ ਫਰਕ ਆ ਗਿਆ ਸੀ। ਉਹ ਤਾਲਮੇਲ ਦੁਬਾਰੇ ਫਿਰ ਬਣ ਗਿਆ। ਉਹ ਤਾਲਮੇਲ ਬਣਦੇ ਨਾਲ ਫਿਰ ਉਹੀ ਸਾਡੀਆਂ ਰਵਾਇਤਾਂ ਸਾਂਝੀਆਂ ਮਿਲ ਬੈਠਣ ਵਾਲੀਆਂ ਰਵਾਇਤਾਂ ਪੂਰੀਆਂ ਹੋ ਗਈਆਂ। ਕੋਈ ਪਿੰਡ ਦੇ ਵਿੱਚ ਆਪਸ ਵਿੱਚ ਭਾਵੇਂ ਨਹੀਂ ਬੋਲਦੇ ਸੀ ਤੇ ਦਿੱਲੀ ਇਕੱਠੇ ਉੱਥੇ ਲੰਗਰ ਛਕਦੇ ਆ, ਹੈ ਨਾ, ਇੱਕ ਵਰਤਾ ਰਿਹਾ ਹੁੰਦਾ ਤੇ ਦੂਜਾ ਖਾ ਰਿਹਾ ਹੁੰਦਾ। ਇਹੋ ਜਿਹੀਆਂ ਚੰਗੀਆਂ ਗੱਲਾਂ ਸਾਹਮਣੇ ਆਈਆਂ। ਸੋ ਆ ਦੇਖਿਓ ਕਿੰਨਾ ਕੁ ਲੰਮਾ ਇਕੱਠ ਆ। ਤੇ ਹੁਣ ਆਪਾਂ ਥੋੜ੍ਹਾ ਜਿਹਾ ਮਿਊਜ਼ਿਕ ਲਾ ਕੇ ਛੱਡਦੇ ਹਾਂ। ਮਿਹਰਬਾਨੀ।